ਮੇਰੀ ਭੂਆ ਬਹੁਤ ਹੀ ਅਮੀਰ ਸੀ। ਉਹ ਬਹੁਤ ਸਾਰੇ ਤੀਰਥਾਂ 'ਤੇ ਗਏ ਸਨ ਅਤੇ ਹਰ ਮਹੀਨੇ ਆਪਣੇ ਪੈਸਿਆਂ ਨਾਲ ਮੁਹੱਲੇ ਦੀ ਇੱਕ ਔਰਤ ਨੂੰ ਤੀਰਥ 'ਤੇ ਭੇਜਦੀ ਸੀ। ਪੂਰਾ ਮੁਹੱਲਾ ਮੇਰੀ ਭੂਆ ਲਈ ਢੇਰ ਦੁਆਵਾਂ ਕਰਦਾ ਸੀ। ਮੁਹੱਲੇ ਦੇ ਹਰ ਘਰ 'ਚ ਮੇਰੀ ਭੂਆ ਦੇ ਚਰਚੇ ਹੁੰਦੇ ਸਨ। ਹਰ ਕੋਈ ਸਲਾਹੁਤਾ ਕਰਦਾ। ਐਸੇ ਕਰਕੇ ਮੈਨੂੰ ਵੀ ਆਪਣੀ ਭੂਆ ਨਾਲ ਬਹੁਤ ਪਿਆਰ ਸੀ। ਮੇਰੀ ਭੂਆ ਮੇਰੀ ਮਾਂ ਤੇ ਪਿਤਾ ਜੀ ਨੂੰ ਵੀ ਤੀਰਥ ਯਾਤਰਾ 'ਤੇ ਭੇਜਣਾ ਚਾਹੁੰਦੇ ਸਨ, ਪਰ ਮੇਰੇ ਪਿਤਾ ਜੀ ਨੇ ਮਨਾ ਕਰ ਦਿੱਤਾ। ਸਗੋਂ ਉਹ ਤਾਂ ਆਪਣੀ ਭੈਣ ਨਾਲ ਬਹੁਤ ਨਫ਼ਰਤ ਕਰਦੇ ਸਨ। ਪਿਤਾ ਜੀ ਤਾਂ ਕੀ, ਸਾਡਾ ਤਾਂ ਸਾਰਾ ਖਾਨਦਾਨ ਹੀ ਮੇਰੀ ਭੂਆ ਨਾਲ ਬਹੁਤ ਨਫ਼ਰਤ ਕਰਦਾ ਸੀ। ਮੇਰੀ ਭੂਆ ਦਾ ਨਾਮ ਪੰਮੇ ਸੀ। ਉਹ ਹਰ ਸਮੇਂ ਵੱਡੇ ਸਾਰੇ ਘੁੰਡ 'ਚ ਰਹਿੰਦੇ ਸਨ। ਭੂਆ ਜੇਕਰ ਕਿਸੇ ਪ੍ਰੋਗਰਾਮ 'ਚ ਚਲੇ ਜਾਂਦੇ ਤਾਂ ਸਾਰੇ ਹੀ ਉਹਨਾਂ ਬਾਰੇ ਪਤਾ ਨਹੀਂ ਕੀ ਗੱਲਾਂ ਕਰਦੇ। ਹਰ ਪ੍ਰੋਗਰਾਮ 'ਚ ਉਹਨਾਂ ਖਿਲਾਫ ਗੱਲਾਂ ਹੁੰਦੀਆਂ ਸਨ। ਕੋਈ ਵੀ ਦਿਲੋਂ ਉਹਨਾਂ ਦੀ ਇੱਜ਼ਤ ਨਹੀਂ ਕਰਦਾ ਸੀ। ਜੇਕਰ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਹ ਸਭ ਤੋਂ ਪਹਿਲਾਂ ਉੱਥੇ ਹੁੰਦੀ ਸੀ। ਇਸ ਲਈ ਮੈਨੂੰ ਮੇਰੀ ਭੂਆ ਬਹੁਤ ਚੰਗੀ ਲੱਗਦੀ ਸੀ। ਉਹ ਹਮੇਸ਼ਾ ਮੈਨੂੰ ਚੰਗੀਆਂ ਗੱਲਾਂ ਸੁਣਾਇਆ ਕਰਦੀ ਸੀ। ਉਹਨਾਂ ਦੀ ਇੱਕ ਧੀ ਸੀ, ਬਹੁਤ ਹੀ ਜ਼ਿਆਦਾ ਖੂਬਸੂਰਤ। ਉਸ ਨਾਲ ਮੇਰੀ ਕਾਫੀ ਦੋਸਤੀ ਸੀ। ਇਸ ਲਈ ਮੈਨੂੰ ਤਾਂ ਉਹਨਾਂ ਦਾ ਘਰ ਬਹੁਤ ਚੰਗਾ ਲੱਗਦਾ ਸੀ। ਜਦੋਂ ਮੈਂ ਬੀਐਡ 'ਚ ਟੌਪ ਕਰਨ ਬਾਰੇ ਦੱਸਿਆ ਤਾਂ ਮੇਰੀ ਮਾਂ ਪੂਰੇ ਖਾਨਦਾਨ 'ਚ ਵੰਡਣ ਲਈ ਮਠਿਆਈਆਂ ਦੇ ਡੱਬੇ ਤਿਆਰ ਕਰਾ ਰਹੀ ਸੀ ਤੇ ਮੇਰੇ ਪਿਤਾ ਜੀ ਉਹਨਾਂ ਦੇ ਨਾਮ ਲਿਖ ਰਹੇ ਸਨ, ਪਰ ਉਹ ਮੇਰੀ ਭੂਆ ਦਾ ਨਾਮ ਲਿਖਣਾ ਹੀ ਭੁੱਲ ਗਏ। ਮੈਂ ਕਿਹਾ ਕਿ ਭੂਆ ਜੀ ਘਰ ਮਠਿਆਈ ਨਹੀਂ ਭੇਜਾਂਗੇ, ਉਹ ਵੀ ਤਾਂ ਉਸੇ ਮੁਹੱਲੇ 'ਚ ਰਹਿੰਦੀ ਹੈ, ਉਹਨਾਂ ਦੇ ਘਰ ਵੀ ਸਾਨੂੰ ਕੁਝ ਮਠਿਆਈਆਂ ਲੈ ਕੇ ਜਾਣੀਆਂ ਚਾਹੀਦੀਆਂ। ਮਾਂ ਨੇ ਕਿਹਾ ਕਿ ਉਹ ਤਾਂ ਮੈਂ ਭੁੱਲ ਹੀ ਗਈ ਸੀ, ਚਲੋ ਲਿਖ ਦਿੰਦੀ ਹਾਂ। ਹੁਣ ਜਦੋਂ ਸਾਰਿਆਂ ਨੂੰ ਹੀ ਮਠਿਆਈਆਂ ਭੇਜ ਰਹੀ ਹਾਂ ਤਾਂ ਫਿਰ ਉਸ ਨੂੰ ਵੀ ਭੇਜ ਦਿੰਦੀ ਹਾਂ। ਮੇਰੀ ਮਾਂ ਦੇ ਸ਼ਬਦਾਂ 'ਚ ਬਹੁਤ ਹੀ ਬੇਰੁਖੀ ਸੀ ਤੇ ਮੇਰੇ ਪਿਤਾ ਜੀ ਵੀ ਕੁਝ ਖਾਸ ਖੁਸ਼ ਨਜ਼ਰ ਨਹੀਂ ਸਨ ਆ ਰਹੇ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਲੋਕ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰਦੇ ਸਨ। ਮੈਂ ਇੱਕ ਡੱਬਾ ਉਠਾਇਆ ਤੇ ਕਿਹਾ ਮੈਂ ਖੁਦ ਭੂਆ ਨੂੰ ਦੇ ਆਉਂਦੀ ਹਾਂ। ਉਹਨਾਂ ਨੇ ਕਿਹਾ ਕਿ ਤੈਨੂੰ ਜਾਣ ਦੀ ਕੋਈ ਲੋੜ ਨਹੀਂ। ਮੈਂ ਕਿਹਾ ਮੈਂ ਖੁਦ ਜਾਵਾਂਗੀ। ਜਦੋਂ ਮੈਂ ਭੂਆ ਦੇ ਘਰ ਗਈ ਤਾਂ ਉਹ ਹਮੇਸ਼ਾ ਵਾਂਗ ਪਿਆਰ ਨਾਲ ਬੁਲਾਉਂਦਿਆਂ ਕਿਹਾ, ਆ ਗਈ ਮੇਰੀ ਲਾਡੋ। ਪਰ ਇਹ ਕੀ ਬੇਟਾ, ਇੰਨਾ ਛੋਟਾ ਜਿਹਾ ਦੁਪੱਟਾ ਕਰਕੇ ਆਈ ਏ। ਮੈਂ ਕਿਹਾ ਮੈਂ ਛੇਤੀ 'ਚ ਬੱਸ ਆ ਗਈ ਸੀ। ਉਹਨਾਂ ਮੈਨੂੰ ਸਮਝਾਇਆ ਕਿ ਨਹੀਂ ਬੇਟਾ, ਤੂੰ ਕੋਈ ਮੇਰੀ ਧੀ ਦੀ ਲੰਬੀ ਜਿਹੀ ਚੁੰਨੀ ਲੈ ਲੈ, ਤੂੰ ਜਵਾਨ ਹੋ ਗਈ। ਬੇਸ਼ੱਕ ਇੱਕ ਗਲੀ ਤੋਂ ਦੂਜੀ ਗਲੀ 'ਚ ਹੀ ਕਿਉਂ ਨਾ ਜਾਣਾ ਹੋਵੇ, ਚੰਗੀ ਤਰ੍ਹਾਂ ਚੁੰਨੀ ਲੈ ਕੇ ਆਇਆ ਕਰ। ਇਸ ਤਰ੍ਹਾਂ ਫਿਰਨਾ ਚੰਗਾ ਨਹੀਂ ਹੁੰਦਾ। ਮੈਨੂੰ ਉਹਨਾਂ ਦਾ ਇਹ ਗੱਲਾਂ ਸਮਝਾਉਣਾ ਬਹੁਤ ਚੰਗਾ ਲੱਗਿਆ ਸੀ। ਮੈਂ ਉਹਨਾਂ ਨੂੰ ਦੱਸਣ ਲੱਗੀ ਕਿ ਮੈਂ ਕਿੰਨੇ ਚੰਗੇ ਨੰਬਰ ਲੈ ਕੇ ਪਾਸ ਹੋਈ ਹਾਂ। ਇੰਨੇ ਨੂੰ ਮੇਰੇ ਪਿਤਾ ਜੀ ਦਾ ਫੋਨ ਆ ਗਿਆ। ਮੇਰੀ ਭੂਆ ਨੇ ਕਿਹਾ ਕਿ ਲਾਡੋ ਮੇਰੇ ਸਾਹਮਣੇ ਬੈਠੀ ਹੈ। ਪਿਤਾ ਜੀ ਦੀ ਆਵਾਜ਼ ਫੋਨ ਤੋਂ ਬਾਹਰ ਆ ਰਹੀ ਸੀ। ਉਹ ਬਸ ਇਹੀ ਗੱਲ ਆਖ ਰਹੇ ਸਨ ਕਿ ਉਸ ਨੂੰ ਵਾਪਸ ਭੇਜ ਦਿਓ, ਸਾਨੂੰ ਕੋਈ ਕੰਮ ਹੈ। ਮੈਂ ਕਿਹਾ ਕਿ ਮੈਂ ਅਜੇ ਨਹੀਂ ਜਾਵਾਂਗੀ। ਮੈਂ ਭੂਆ ਨੂੰ ਇਸ਼ਾਰੇ ਨਾਲ ਕਿਹਾ ਸੀ। ਭੂਆ ਨੇ ਕਿਹਾ ਕਿ ਉਸ ਨੂੰ ਚਾਹ ਪੀਣ ਦਿਓ, ਮੈਂ ਫੇਰ ਭੇਜ ਦਿਆਂਗੀ। ਪਰ ਮੇਰੇ ਪਿਤਾ ਜੀ ਬਾਰ-ਬਾਰ ਆਖ ਰਹੇ ਸਨ ਕਿ ਨਹੀਂ, ਉਸ ਨੂੰ ਛੇਤੀ ਕਰ ਭੇਜ ਦਿਓ। ਮੈਂ ਤਾਂ ਹੈਰਾਨ ਸੀ ਕਿ ਮੇਰੇ ਪਿਤਾ ਜੀ ਮੈਨੂੰ ਭੂਆ ਦੇ ਘਰ 5 ਮਿੰਟ ਵੀ ਨਹੀਂ ਰੁਕਣ ਦਿੰਦੇ ਸਨ। ਖੈਰ ਮੇਰੀ ਭੂਆ ਨੇ ਚਾਹ ਬਣਾ ਲਈ ਤੇ ਮੈਨੂੰ ਪਾਸ ਹੋਣ ਦੀ ਖੁਸ਼ੀ ਵਿੱਚ 4000 ਰੁਪਏ ਦੇ ਦਿੱਤੇ। ਮੈਂ ਵਾਪਸ ਆਈ ਤਾਂ ਮੇਰੇ ਮਾਤਾ-ਪਿਤਾ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮੈਂ ਪੈਸਿਆਂ ਦਾ ਦੱਸਿਆ ਤਾਂ ਮਾਂ ਨੇ ਮੇਰੇ ਹੱਥੋਂ ਉਹ ਪੈਸੇ ਖੋਹ ਲਏ ਤੇ ਕਿਹਾ ਕੋਈ ਲੋੜ ਨਹੀਂ ਇਹਨਾਂ ਪੈਸਿਆਂ ਨਾਲ ਘਰੇ ਕੋਈ ਚੀਜ਼ ਲਿਆਉਣ ਦੀ। ਉਹਨਾਂ ਨੇ ਉਹ ਪੈਸੇ ਖੜੇ ਨੌਕਰਾਣੀ ਨੂੰ ਦੇ ਦਿੱਤੇ। ਮੈਨੂੰ ਪੂਰੇ ਖਾਨਦਾਨ 'ਚ ਕਿਸੇ ਨੇ ਵੀ ਇੰਨੇ ਪੈਸੇ ਨਹੀਂ ਦਿੱਤੇ ਸਨ ਤੇ ਤੁਸੀਂ ਮੇਰੇ ਪੈਸੇ ਨੌਕਰਾਣੀ ਨੂੰ ਦੇ ਦਿੱਤੇ। ਮੈਂ ਇੰਨਾ ਕਿਹਾ ਤਾਂ ਮੇਰੇ ਪਿਤਾ ਜੀ ਨੇ ਮੇਰੀ ਹਥੇਲੀ ਤੇ 2000 ਰੁਪਏ ਰੱਖ ਦਿੱਤੇ ਤੇ ਕਿਹਾ ਇਹਨਾਂ ਨਾਲ ਸ਼ਾਪਿੰਗ ਕਰ ਲੈਣਾ। ਹੁਣ ਕਿੱਥੇ 4000 ਰੁਪਈਆ ਤੇ ਕਿੱਥੇ 2000। ਮੈਂ ਤਾਂ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ। ਮੈਨੂੰ ਉਹਨਾਂ ਨੂੰ ਦੱਸਣਾ ਹੀ ਨਹੀਂ ਚਾਹੀਦਾ ਸੀ, ਪਰ ਮੈਂ ਇਸ ਲਈ ਦੱਸਿਆ ਸੀ ਕਿ ਉਹਨਾਂ ਦੇ ਦਿਲ ਵਿੱਚ ਭੂਆ ਲਈ ਥੋੜ੍ਹੀ ਜਿਹੀ ਇੱਜ਼ਤ ਬਣ ਜਾਵੇ। ਪਰ ਅਜਿਹਾ ਨਹੀਂ ਹੋਇਆ। ਮੇਰੀ ਮਾਂ ਵੀ ਉੱਥੋਂ ਚਲੀ ਗਈ ਤੇ ਪਿਤਾ ਜੀ ਵੀ ਕੰਮ 'ਤੇ ਚਲੇ ਗਏ। ਮੇਰੇ ਪਿਤਾ ਜੀ ਨੇ ਕਿਹਾ ਕਿ ਉਸ ਨੂੰ ਬਾਰ-ਬਾਰ ਪੰਮੇ ਦੇ ਘਰ ਨਾ ਜਾਣ ਦਿਆ ਕਰੋ। ਮੈਂ ਮਾਂ ਤੋਂ ਪੁੱਛਿਆ ਕਿ ਕੀ ਗੱਲ ਹੋਈ ਹੈ, ਤੁਸੀਂ ਅਜਿਹਾ ਕਿਉਂ ਕਰਦੇ ਹੋ। ਮੇਰੀ ਮਾਂ ਨੇ ਕਿਹਾ ਕਿ ਤੂੰ ਖੁਦ ਨਹੀਂ ਸੋਚ ਸਕਦੀ ਕਿ ਉਹ ਇੰਨੇ ਸਾਰੇ ਪੈਸੇ ਕਿੱਥੋਂ ਲਿਆਉਂਦੀ ਹੈ। ਮੈਂ ਕਿਹਾ ਕਿ ਇਸ ਵਿੱਚ ਸੋਚਣ ਦੀ ਕੀ ਗੱਲ ਹੈ, ਉਹ ਸਰਕਾਰੀ ਟੀਚਰ ਸੀ, ਉਹਨਾਂ ਦੀ ਪੈਨਸ਼ਨ ਆਉਂਦੀ ਹੈ ਤੇ ਫਿਰ ਉਹਨਾਂ ਦੀਆਂ
ਮਾਰਕੀਟ 'ਚ ਆਪਣੀਆਂ ਦੁਕਾਨਾਂ ਵੀ ਹਨ ਜਿਨ੍ਹਾਂ ਦਾ ਚੰਗਾ ਕਿਰਾਇਆ ਆਉਂਦਾ ਹੈ। ਉਹ ਵੀ ਤਾਂ ਭੂਆ ਕੋਲ ਹੀ ਆਉਂਦਾ ਹੈ। ਜੇਕਰ ਉਹਨਾਂ ਨੇ ਮੈਨੂੰ 4000 ਰੁਪਏ ਦੇ ਦਿੱਤੇ ਤਾਂ ਤੁਸੀਂ ਉਸ ਦਾ ਮਤਲਬ ਕੱਢ ਰਹੇ ਹੋ। ਮੇਰੀ ਮਾਂ ਦਾ ਕਹਿਣਾ ਸੀ ਕਿ ਜ਼ਿਆਦਾ ਸਵਾਲ ਜਵਾਬ ਕਰਨ ਦੀ ਲੋੜ ਨਹੀਂ ਤੇ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਨੀ, ਘਰੇ ਆਰਾਮ ਨਾਲ ਬੈਠੋ। ਅਗਲੇ ਦਿਨ ਮਾਂ ਘਰੇ ਨਹੀਂ ਸੀ, ਬਾਜ਼ਾਰ ਗਈ ਹੋਈ ਸੀ। ਤਦ ਭੂਆ ਘਰ ਆਈ ਤੇ ਮੈਨੂੰ ਇੱਕ ਲਿਫਾਫਾ ਫੜਾ ਦਿੱਤਾ। ਉਹਨਾਂ ਕਿਹਾ ਕਿ ਉਹ ਮੁਹੱਲੇ ਦੀ ਇੱਕ ਔਰਤ ਨੂੰ ਤੀਰਥ ਯਾਤਰਾ ਪੂਰੀ ਕਰਨ ਲਈ ਭੇਜਿਆ ਸੀ ਤੇ ਉੱਥੋਂ ਤੇਰੇ ਲਈ ਇਹ ਮਾਤਾ ਦੀ ਚੁੰਨੀ ਅਤੇ ਪ੍ਰਸ਼ਾਦ ਲੈ ਕੇ ਆਈ। ਮੈਂ ਤਾਂ ਬਹੁਤ ਖੁਸ਼ ਹੋਈ। ਹੁਣ ਤਾਂ ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਇਹ ਚੀਜ਼ਾਂ ਮਾਂ ਨੂੰ ਨਹੀਂ ਦਿਖਾਵਾਂਗੀ। ਮੈਂ ਉਹ ਚੀਜ਼ਾਂ ਲੁਕੋ ਦਿੱਤੀਆਂ। ਭੂਆ ਬੈਠੀ ਹੀ ਸੀ ਕਿ ਮੇਰੀ ਮਾਂ ਆ ਗਈ। ਉਹਨਾਂ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਵੀ ਨਹੀਂ ਕੀਤੀ ਅਤੇ ਪੁੱਛਿਆ ਕਿ ਕਿਵੇਂ ਆਉਣਾ ਹੋਇਆ। ਤਾਂ ਮੈਂ ਭੂਆ ਨੂੰ ਇਸ਼ਾਰਾ ਕੀਤਾ ਕਿ ਕੁਝ ਨਾ ਦੱਸਣਾ। ਤਾਂ ਮੇਰੀ ਭੂਆ ਨੇ ਕਿਹਾ ਕਿ ਬਸ ਉਂਝ ਹੀ ਮਿਲਣ ਆਈ ਸੀ। ਰਾਤ ਹੁੰਦੇ ਹੀ ਫਿਰ ਤੋਂ ਮਾਂ ਨੇ ਅਦਾਲਤ ਲਗਾ ਦਿੱਤੀ। ਮੇਰੇ ਤੋਂ ਪੁੱਛਿਆ ਕਿ ਉਹ ਕਿਉਂ ਆਈ ਸੀ। ਮੇਰੇ ਪਿਤਾ ਜੀ ਨੇ ਵੀ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਆਖਿਰ ਮੈਂ ਉਹਨਾਂ ਨੂੰ ਉਹ ਚੀਜ਼ ਦਿਖਾ ਦਿੱਤੀ ਜੋ ਭੂਆ ਮੈਨੂੰ ਦੇ ਕੇ ਗਈ ਸੀ ਤੇ ਕਿਹਾ ਕਿ ਮੈਨੂੰ ਲੱਗਿਆ ਕਿ ਤੁਸੀਂ ਇਹ ਚੀਜ਼ ਵੀ ਕਿਸੇ ਨੂੰ ਦੇ ਦੇਵੋਗੇ। ਮੇਰੀ ਮਾਂ ਪਿਤਾ ਜੀ ਨੂੰ ਆਖਣ ਲੱਗੀ ਕਿ ਦੇਖਿਆ ਤੁਹਾਡੀ ਭੈਣ ਕਰਕੇ ਸਾਨੂੰ ਝੂਠ ਬੋਲਣ ਲੱਗੀ ਹੈ। ਕੱਲ੍ਹ ਧੋਖਾ ਦੇਵੇਗੀ ਤੇ ਪਰਸੋਂ ਭੱਜ ਜਾਵੇਗੀ। ਅਚਾਨਕ ਮੇਰੀ ਮਾਂ ਦੀ ਜ਼ੁਬਾਨ ਰੁਕ ਗਈ ਸੀ। ਉਹ ਇਹੀ ਕਹਿਣਾ ਚਾਹੁੰਦੀ ਸੀ ਕਿ ਘਰੋਂ ਭੱਜ ਜਾਵੇਗੀ। ਅਜਿਹੀ ਵੀ ਕੀ ਗੱਲ ਸੀ। ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਇਹ ਚੀਜ਼ ਤਾਂ ਤੂੰ ਰੱਖ ਲੈ, ਪਰ ਜੇਕਰ ਅੱਜ ਤੋਂ ਬਾਅਦ ਇਸ ਤਰ੍ਹਾਂ ਝੂਠ ਬੋਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਭੂਆ ਦੀ ਬੇਟੀ ਦੀ ਮੰਗਣੀ ਤੈਅ ਹੋ ਗਈ ਸੀ। ਮੰਗਣੀ ਵਾਲੇ ਦਿਨ ਅਸੀਂ ਉੱਥੇ ਗਏ ਸੀ। ਮੈਂ ਭੂਆ ਦੇ ਘਰ ਰੁਕਣਾ ਚਾਹੁੰਦੀ ਸੀ, ਇਸ ਲਈ ਮੈਂ ਮਾਂ ਨੂੰ ਪੁੱਛਿਆ ਤਾਂ ਉਹਨਾਂ ਮਨਾ ਕਰ ਦਿੱਤਾ। ਪਿਤਾ ਜੀ ਨੇ ਕਿਹਾ ਕਿ ਕੋਈ ਲੋੜ ਨਹੀਂ ਹੈ। ਮੈਂ ਕਿਹਾ ਸੀ ਕਿ 2-3 ਘੰਟੇ ਬਾਅਦ ਆ ਜਾਵਾਂਗੀ, ਪਰ ਮੇਰੇ ਪਿਤਾ ਜੀ ਨੇ ਮੇਰੀ ਗੱਲ ਨਹੀਂ ਮੰਨੀ। ਉਹਨਾਂ ਕਿਹਾ ਕਿ ਕੋਈ ਲੋੜ ਨਹੀਂ ਹੈ, ਜਿੰਨਾ ਤੈਨੂੰ ਕਿਹਾ ਜਾਂਦਾ ਓਨਾ ਹੀ ਕਰਿਆ ਕਰ। ਮੈਂ ਤਾਂ ਉਹਨਾਂ ਦੀ ਨਫ਼ਰਤ ਤੋਂ ਤੰਗ ਆ ਗਈ ਸੀ। 2-4 ਮਹੀਨੇ ਇਸ ਤਰ੍ਹਾਂ ਬੀਤ ਗਏ ਤਾਂ ਇੱਕ ਦਿਨ ਭੂਆ ਫਿਰ ਤੋਂ ਸਾਡੇ ਘਰ ਆਈ। ਉਹ ਮੇਰੇ ਲਈ ਸੂਟ ਲੈ ਕੇ ਆਈ ਸੀ। ਮੇਰੀ ਮਾਂ ਨੇ ਕਿਹਾ ਕਿ ਇਹ ਕਿਸ ਖੁਸ਼ੀ 'ਚ ਲੈ ਕੇ ਆਈ ਹੋ। ਤਾਂ ਉਹਨਾਂ ਕਿਹਾ ਮੈਂ ਬਾਜ਼ਾਰ ਗਈ ਸੀ, ਆਪਣੀ ਬੇਟੀ ਲਈ ਜੋੜਾ ਲਿਆ ਸੀ, ਸੋਚਿਆ ਆਪਣੀ ਭਤੀਜੀ ਲਈ ਵੀ ਲੈ ਲਵਾਂ। ਮੇਰੀ ਮਾਂ ਨੇ ਕਿਹਾ ਕਿ ਮੇਰੀ ਬੇਟੀ 'ਤੇ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਹੈ। ਮੇਰੀ ਭੂਆ ਦਾ ਕਹਿਣਾ ਸੀ ਕਿ ਬੇਟੀ ਲਈ ਤਾਂ ਇਨਸਾਨ ਨੂੰ ਆਪਣੇ ਆਪ ਨੂੰ ਵੇਚ ਕੇ ਕੁਝ ਲੈਣਾ ਪਵੇ ਤਾਂ ਇਨਸਾਨ ਜ਼ਰੂਰ ਲੈ ਲੈਂਦਾ ਹੈ। ਮੇਰੀ ਮਾਂ ਨੇ ਉਸ ਗੱਲ 'ਤੇ ਕਿਹਾ ਕਿ ਹਾਂ ਖੁਦ ਨੂੰ ਵੇਚ ਕੇ ਤਾਂ ਲੋਕ ਸੱਚਮੁੱਚ ਬਹੁਤ ਕੁਝ ਲੈ ਲੈਂਦੇ ਹਨ। ਭੂਆ ਦੇ ਚਿਹਰੇ ਦੀ ਮੁਸਕਰਾਹਟ ਖੋ ਗਈ ਕਿਉਂਕਿ ਮਾਂ ਨੇ ਜ਼ਿਆਦਾ ਹੀ ਤਾਨੇ ਮਾਰਨ ਵਾਲੀ ਗੱਲ ਕੀਤੀ ਸੀ। ਮੈਨੂੰ ਸਮਝ ਨਾ ਆਈ ਮਾਂ ਨੇ ਮੇਰੀ ਭੂਆ ਨੂੰ ਇੰਨਾ ਵੱਡਾ ਤਾਨਾ ਕਿਉਂ ਦਿੱਤਾ ਸੀ। ਇਸ ਗੱਲ 'ਤੇ ਭੂਆ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਕਿਹਾ ਹੁਣ ਮੈਂ ਚੱਲਦੀ ਹਾਂ, ਤੂੰ ਇਹ ਸੂਟ ਲੈ ਲੈ। ਕੁਝ ਦਿਨਾਂ ਬਾਅਦ ਮੈਂ ਆਪਣੀ ਬੇਟੀ ਦੇ ਸਹੁਰੇ ਵਾਲਿਆਂ ਦੀ ਦਾਵਤ ਰੱਖਾਂਗੀ। ਉਸ ਦਿਨ ਤੁਹਾਨੂੰ ਵੀ ਦਾਵਤ 'ਤੇ ਬੁਲਾਵਾਂਗੀ। ਤੂੰ ਵੀ ਆ ਜਾਵੀਂ ਤੇ ਇਹ ਸੂਟ ਪਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਆਵੀਂ। ਮੇਰੀ ਮਾਂ ਨੇ ਕਿਹਾ ਕਿ ਇਹ ਕਿਉਂ ਚੰਗੀ ਤਰ੍ਹਾਂ ਤਿਆਰ ਹੋ ਕੇ ਆਵੇਗੀ, ਤੂੰ ਆਪਣੀ ਧੀ ਨੂੰ ਚੰਗੀ ਤਰ੍ਹਾਂ ਤਿਆਰ ਕਰੀਂ। ਮੇਰੀ ਮਾਂ ਨੂੰ ਮੇਰੀ ਭੂਆ ਦੀ ਹਰ ਗੱਲ ਨਾਲ ਪ੍ਰੋਬਲਮ ਸੀ। ਮੇਰੀ ਭੂਆ ਦੀਆਂ ਅੱਖਾਂ 'ਚ ਆਖਰਕਾਰ ਹੰਝੂ ਆ ਗਏ ਤੇ ਮੈਂ ਵੀ ਹੈਰਾਨ ਰਹਿ ਗਈ ਕਿ ਉਹ ਆਪਣੇ ਹੰਝੂ ਲੁਕਾਉਂਦੀ ਹੋਈ ਉੱਥੋਂ ਚਲੀ ਗਈ। ਜਦੋਂ ਕੋਈ ਰੋਂਦਾ ਹੈ ਤਾਂ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ ਹੈ। ਕੁਝ ਲੋਕ ਨਜ਼ਰ ਅੰਦਾਜ਼ ਕਰ ਦੇਣ ਤਾਂ ਵੱਖਰੀ ਗੱਲ ਹੈ, ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਇਸ ਘਰੋਂ ਰੋ ਕੇ ਨਿਕਲੀ ਸੀ। ਤੇ ਗੱਲ ਇਹ ਸੀ ਕਿ ਜਿੰਨੀ ਨਫ਼ਰਤ ਮੇਰੀ ਮਾਂ ਨੂੰ ਮੇਰੀ ਭੂਆ ਨਾਲ ਸੀ, ਉਹ ਤਾਂ ਅਕਸਰ ਭਾਬੀ ਤੇ ਨਨਾਣ 'ਚ ਇਸ ਤਰ੍ਹਾਂ ਦੀ ਲੜਾਈ ਝਗੜੇ ਤੇ ਨਫ਼ਰਤ ਹੁੰਦੀ ਰਹਿੰਦੀ ਹੈ। ਪਰ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਮੇਰੇ ਪਿਤਾ ਜੀ ਨੂੰ ਵੀ ਮੇਰੀ ਭੂਆ ਨਾਲ ਬਹੁਤ ਨਫ਼ਰਤ ਸੀ, ਜਦ ਕਿ ਉਹਨਾਂ ਦੀ ਛੋਟੀ ਭੈਣ ਸੀ। ਰਾਤ ਨੂੰ ਫਿਰ ਮਾਂ ਤੇ ਪਿਤਾ ਆਪਸ 'ਚ ਕੋਈ ਗੱਲ ਕਰ ਰਹੇ ਸਨ ਤਾਂ ਥੋੜ੍ਹੀ ਦੇਰ ਬਾਅਦ ਪਾਪਾ ਨੇ ਭੂਆ ਨੂੰ ਫੋਨ ਕੀਤਾ। ਮੇਰੇ ਪਿਤਾ ਉਹਨਾਂ ਨੂੰ ਆਖ ਰਹੇ ਸਨ ਕਿ ਦੇਖ ਪੰਮੇ, ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ। ਮੇਰੀ ਬੇਟੀ ਨਾਲ ਇਸ ਤਰ੍ਹਾਂ ਸਭ ਕੁਝ ਨਾ ਕਰ। ਉਹ ਬਹੁਤ ਭੋਲੀ ਹੈ। ਉਹ ਤੇਰੀ ਅਸਲੀਅਤ ਨਹੀਂ ਜਾਣਦੀ। ਉਹ ਤਾਂ ਤੇਰੇ ਨਾਲ ਪਿਆਰ ਕਰਦੀ ਹੈ। ਕੱਲ੍ਹ ਨੂੰ ਉਸ ਦਾ ਦਿਲ ਟੁੱਟ ਗਿਆ ਤਾਂ ਕੀ ਸੋਚੇਗੀ। ਪਾਪਾ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਮੇਰੀ ਭੂਆ ਆਖਰ ਮੇਰੇ ਨਾਲ ਕੀ ਕਰ ਰਹੀ ਸੀ। ਮੇਰੇ ਪਿਤਾ ਨੇ ਕਿਹਾ ਕਿ ਤੂੰ ਮੇਰੀ ਧੀ ਦੇ ਇੰਨਾ ਨੇੜੇ ਨਾ ਆ, ਉਸ ਤੋਂ ਦੂਰ ਰਹਿ। ਅਜੇ ਉਸ ਨੂੰ ਸਾਰੀ ਕਹਾਣੀ ਦਾ ਪਤਾ ਨਹੀਂ ਹੈ, ਪਰ ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੈ। ਉਹ ਸਾਨੂੰ ਤੰਗ ਕਰਦੀ ਹੈ। ਉਸ ਦਾ ਤੇਰੇ ਘਰ ਆਉਣਾ ਜਾਣਾ, ਤੇਰੇ ਨਾਲ ਰਹਿਣਾ
ਸਾਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਅੱਜ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਹਾ ਹਾਂ, ਨਹੀਂ ਤਾਂ ਉਸ ਤੋਂ ਬਾਅਦ ਮੈਨੂੰ ਕੋਈ ਹੋਰ ਤਰੀਕਾ ਅਪਣਾਉਣਾ ਪਵੇਗਾ। ਮੈਨੂੰ ਬਿਲਕੁਲ ਵੀ ਸਮਝ ਨਾ ਆਇਆ ਕਿ ਇਹ ਕੀ ਹੋ ਰਿਹਾ। ਸ਼ਾਇਦ ਕਿਸੇ ਹੋਰ ਤੋਂ ਪੁੱਛਣਾ ਚਾਹੀਦਾ ਸੀ। ਮੇਰੀ ਇੱਕ ਮਾਸੀ ਸੀ ਜੋ ਭੂਆ ਨਾਲ ਕਾਲਜ 'ਚ ਪੜ੍ਹਦੀ ਸੀ। ਮੇਰੀ ਮਾਸੀ ਤੇ ਭੂਆ ਦੀ ਆਪਸ 'ਚ ਦੋਸਤੀ ਸੀ, ਪਰ ਮੇਰੀ ਮਾਸੀ ਵੀ ਹੁਣ ਮੇਰੀ ਭੂਆ ਨਾਲ ਜ਼ਿਆਦਾ ਮੇਲ ਜੋਲ ਨਹੀਂ ਰੱਖਦੀ ਸੀ। ਹੁਣ ਮੇਰੀ ਮਾਸੀ ਹੀ ਮੈਨੂੰ ਇਹ ਸਭ ਦੱਸ ਸਕਦੀ ਸੀ ਕਿ ਮੇਰੀ ਭੂਆ ਨੂੰ ਸਾਰੇ ਖਾਨਦਾਨ 'ਚ ਇੰਨਾ ਬੁਰਾ ਕਿਉਂ ਸਮਝਿਆ ਜਾਂਦਾ ਸੀ। ਇੱਕ ਦਿਨ ਮੈਂ ਉਹਨਾਂ ਦੇ ਘਰ ਗਈ ਤੇ ਉਹਨਾਂ ਤੋਂ ਸਾਰੀ ਗੱਲ ਪੁੱਛਣ ਲੱਗੀ। ਉਹਨਾਂ ਨੇ ਭੂਆ ਬਾਰੇ ਅਜਿਹੀ ਗੱਲ ਦੱਸੀ ਕਿ ਮੇਰੇ ਜਿਸਮ ਵਿੱਚੋਂ ਜਾਨ ਨਿਕਲ ਗਈ ਤੇ ਮਾਸੀ ਨੇ ਦੱਸਿਆ ਕਿ ਮੇਰੀ ਭੂਆ ਦਾ ਬਹੁਤ ਘੱਟ ਉਮਰ ਵਿੱਚ ਮੇਰੇ ਦਾਦਾ ਨੇ ਵਿਆਹ ਕਰ ਦਿੱਤਾ ਸੀ, ਪਰ ਜਿਸ ਆਦਮੀ ਨਾਲ ਉਸ ਦਾ ਵਿਆਹ ਹੋਇਆ ਸੀ ਉਹ ਬਿਲਕੁਲ ਵੀ ਚੰਗਾ ਇਨਸਾਨ ਨਹੀਂ ਸੀ। ਉਸ ਦਾ ਮਿਲਣਾ ਜੁਲਣਾ ਅਜਿਹੇ ਲੋਕਾਂ ਨਾਲ ਸੀ ਜੋ ਬੁਰੇ ਕੰਮ ਕਰਵਾਉਂਦੇ ਸਨ। ਵਿਆਹ ਤੋਂ ਬਾਅਦ ਮੇਰੀ ਭੂਆ ਚੁੱਪ ਰਹਿੰਦੀ ਤੇ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ। ਇਸ ਤਰ੍ਹਾਂ ਲੱਗਦਾ ਸੀ ਕਿ ਕੋਈ ਅਜਿਹੀ ਗੱਲ ਹੈ ਜੋ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ। ਬਹੁਤ ਜ਼ਿਆਦਾ ਬਿਮਾਰ ਵੀ ਰਹਿੰਦੀ ਸੀ। 2 ਵਾਰ ਉਹ ਪ੍ਰੈਗਨੈਂਟ ਹੋਈ ਤੇ ਬੱਚਾ ਖਰਾਬ ਹੋ ਗਿਆ। ਲੋਕਾਂ ਦਾ ਕਹਿਣਾ ਸੀ ਕਿ ਉਹ ਮਾਂ ਨਹੀਂ ਬਣਨਾ ਚਾਹੁੰਦੀ, ਇਸ ਲਈ ਉਸਨੇ ਇਹ ਸਭ ਕੁਝ ਕੀਤਾ ਹੈ। ਪਰ ਭੂਆ ਵਾਰ-ਵਾਰ ਸਾਰਿਆਂ ਨੂੰ ਇਹ ਕਹਿੰਦੀ ਕਿ ਮੈਂ ਆਪਣੀ ਔਲਾਦ ਨੂੰ ਆਪਣੀ ਖੁਸ਼ੀ ਨਾਲ ਖਰਾਬ ਨਹੀਂ ਕਰਵਾਉਂਦੀ, ਸਗੋਂ ਮੇਰੇ ਨਾਲ ਕੋਈ ਹੋਰ ਸਮੱਸਿਆ ਹੈ। ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ। ਜਦੋਂ ਭੂਆ ਦਾ ਪਤੀ ਇੱਕ ਹਾਦਸੇ ਵਿੱਚ ਦੁਨੀਆ ਨੂੰ ਅਲਵਿਦਾ ਆਖ ਗਿਆ ਤਾਂ ਸਾਰਿਆਂ ਨੂੰ ਸੱਚਾਈ ਦੱਸੀ। ਉਸ ਦਾ ਪਤੀ ਉਸ ਤੋਂ ਗਲਤ ਕੰਮ ਕਰਵਾਉਂਦਾ ਸੀ। ਉਹਨਾਂ ਦੇ ਘਰ ਕਈ ਤਰ੍ਹਾਂ ਦੇ ਲੋਕ ਆਉਂਦੇ ਸਨ, ਪਰ ਗੱਲ ਇਹ ਸੀ ਕਿ ਉਸ ਤੋਂ ਇਹ ਕੰਮ ਉਸ ਦਾ ਆਪਣਾ ਪਤੀ ਹੀ ਕਰਵਾਉਂਦਾ ਸੀ। ਉਹ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਤੇ ਬਿਜ਼ਨਸ ਪਾਰਟਨਰ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਦੇ ਕੰਮ ਕਰਵਾਉਂਦਾ ਸੀ ਤੇ ਭੂਆ ਨੂੰ ਇਸਤੇਮਾਲ ਕਰਦਾ ਸੀ, ਕਿਉਂਕਿ ਉਹ ਬਹੁਤ ਹੀ ਘੱਟ ਉਮਰ ਦੀ ਸੀ। ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ, ਪਰ ਖਾਨਦਾਨ ਵਿੱਚ ਜਦੋਂ ਇੱਕ ਵਾਰ ਗੱਲ ਨਿਕਲ ਜਾਂਦੀ ਤਾਂ ਫਿਰ ਉਹ ਗੱਲ ਅੱਗ ਵਾਂਗ ਫੈਲ ਜਾਂਦੀ ਹੈ। ਸਾਰਿਆਂ ਦਾ ਇਹੀ ਕਹਿਣਾ ਸੀ ਕਿ ਭੂਆ ਦਾ ਪਤੀ ਮਰ ਗਿਆ ਤੇ ਹੁਣ ਉਹ ਆਪਣੇ ਪਾਪਾਂ ਤੇ ਪਰਦਾ ਪਾਉਣ ਲਈ ਆਪਣੇ ਮਰੇ ਹੋਏ ਪਤੀ ਤੇ ਦੋਸ਼ ਲਾ ਰਹੀ ਹੈ, ਜਦਕਿ ਇਹ ਸਭ ਕੁਝ ਆਪਣੀ ਮਰਜ਼ੀ ਨਾਲ ਨਹੀਂ ਕਰਦੀ ਰਹੀ। ਪਰ ਮੇਰੀ ਮਾਸੀ ਨੇ ਦੱਸਿਆ ਕਿ ਉਹ ਬੇਕਸੂਰ ਹੈ, ਪਰ ਮੇਰੇ ਪਿਤਾ ਦੇ ਨਾਲ ਮੇਰੇ ਪੂਰੇ ਖਾਨਦਾਨ ਵਾਲੇ ਭੂਆ ਨੂੰ ਚੰਗਾ ਨਹੀਂ ਸਮਝਦੇ ਸਨ ਤੇ ਜੋ ਪ੍ਰੈਗਨੈਂਸੀ ਮੇਰੀ ਭੂਆ ਨੇ ਖਰਾਬ ਕਰਵਾਈ ਸੀ ਉਹ ਉਹਨਾਂ ਦੇ ਪਤੀ ਦੀ ਔਲਾਦ ਨਹੀਂ ਸੀ। ਇਸ ਲਈ ਉਹਨਾਂ ਨੂੰ ਉਹ ਮਜਬੂਰੀ 'ਚ ਇਹ ਸਭ ਕੁਝ ਕਰਨਾ ਪਿਆ ਸੀ। ਉਹਨਾਂ ਦੀ ਧੀ ਪੂਨਮ ਉਹਨਾਂ ਦੇ ਪਤੀ ਦੀ ਔਲਾਦ ਸੀ। ਮੇਰੀ ਭੂਆ ਨੇ ਤਾਂ ਇੰਨਾ ਵੱਡਾ ਜ਼ੁਲਮ ਬਰਦਾਸ਼ਤ ਕੀਤਾ। ਅਜਿਹੇ ਇਨਸਾਨ ਨਾਲ ਉਹਨਾਂ ਦਾ ਵਿਆਹ ਹੋ ਗਿਆ ਜਿਸ ਨੇ ਖੁਦ ਹੀ ਉਹਨਾਂ ਦੀ ਇੱਜ਼ਤ ਨੂੰ ਨਿਲਾਮ ਕਰਨਾ ਸ਼ੁਰੂ ਕਰ ਦਿੱਤਾ। ਤਾਂ ਅਜਿਹੀ ਹਾਲਤ ਵਿੱਚ ਉਹ ਕੀ ਕਰਦੀ? ਜਦੋਂ ਉਸ ਦਾ ਪਤੀ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਉਸਨੇ ਸੁੱਖ ਦਾ ਸਾਹ ਲਿਆ। ਫਿਰ ਮੇਰੀ ਭੂਆ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਟੀਚਰ ਬਣੀ। ਉਸਨੇ ਆਪਣੀ ਪਤੀ ਦੇ ਕੀਤੇ ਹੋਏ ਪਾਪਾਂ ਨੂੰ ਧੋਣ ਦੇ ਲਈ ਤੀਰਥ ਯਾਤਰਾਵਾਂ ਕੀਤੀਆਂ ਤੇ ਲੋਕਾਂ ਨੂੰ ਤੀਰਥ ਯਾਤਰਾ 'ਤੇ ਲੈ ਕੇ ਜਾਂਦੀ ਰਹੀ। ਪਰਮਾਤਮਾ ਉਹਨਾਂ ਨੂੰ ਮਾफ़ ਕਰ ਦਿੰਦਾ, ਪਰ ਇਨਸਾਨ ਨਹੀਂ ਮਾफ़ ਕਰਦਾ ਹੈ। ਇਹੀ ਕਾਰਨ ਸੀ ਕਿ ਸਾਰੇ ਲੋਕ ਉਹਨਾਂ ਨੂੰ ਬੁਰਾ ਸਮਝਦੇ ਸਨ। ਕਹਿੰਦੇ ਹਨ ਕਿ ਇਹ ਵੀ ਹੁਣ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਉਹਨਾਂ ਦੇ ਘਰ ਹੁਣ ਵੀ ਇਸ ਤਰ੍ਹਾਂ ਦੇ ਲੋਕ ਆਉਂਦੇ ਹਨ। ਤਾਂ ਹੀ ਤਾਂ ਮੇਰੀ ਮਾਂ ਨੇ ਮੇਰੀ ਭੂਆ ਵੱਲੋਂ ਦਿੱਤੇ ਹੋਏ ਪੈਸੇ ਘਰ ਨਹੀਂ ਰੱਖੇ ਸਨ ਤੇ ਮੈਨੂੰ ਉਹਨਾਂ ਦੇ ਘਰ ਨਹੀਂ ਜਾਣ ਦਿੰਦੀ ਸੀ। ਮੇਰੀ ਮਾਸੀ ਵੱਲੋਂ ਦੱਸੀਆਂ ਹੋਈਆਂ ਗੱਲਾਂ ਸੁਣ ਕੇ ਮੈਨੂੰ ਰੋਣਾ ਆ ਗਿਆ ਕਿ ਇੱਕ ਔਰਤ ਜੇਕਰ ਪਾਪ ਕਰ ਦੇਵੇ ਤਾਂ ਉਸ ਨੂੰ ਜ਼ਿੰਦਗੀ ਭਰ ਮਾफ़ ਨਹੀਂ ਕੀਤਾ ਜਾਂਦਾ। ਇੱਥੇ ਤਾਂ ਭੂਆ ਨੇ ਪਾਪ ਵੀ ਨਹੀਂ ਕੀਤਾ ਸੀ, ਉਹਨਾਂ ਨੇ ਤਾਂ ਸਿਰਫ ਅਤਿਆਚਾਰ ਬਰਦਾਸ਼ਤ ਕੀਤਾ ਸੀ, ਪਰ ਇਹੀ ਉਹਨਾਂ ਲਈ ਪਾਪ ਬਣ ਗਿਆ। ਖਾਨਦਾਨ ਵਾਲੇ ਚਾਹੇ ਜੋ ਕੁਝ ਕਹਿਣ, ਪਰ ਮੈਨੂੰ ਪਰਵਾਹ ਨਹੀਂ ਸੀ। ਮੇਰੀ ਭੂਆ ਬਹੁਤ ਹੀ ਚੰਗੀ ਇਨਸਾਨ ਹੈ। ਕਦੇ ਇਨਸਾਨ ਬੁਰਾ ਨਹੀਂ ਹੁੰਦਾ, ਸਗੋਂ ਉਸਦੇ ਹਾਲਾਤ ਬੁਰੇ ਹੁੰਦੇ ਹਨ। ਮੈਂ ਵੀ ਆਪਣੀ ਭੂਆ ਨੂੰ ਇੱਕ ਦਿਨ ਸਹੀ ਸਾਬਤ ਕਰਕੇ ਰਹਾਂਗੀ। ਸੋ ਦੋਸਤੋ, ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।